बिस्मिल्लाहिर्रहमानिर्रहीम अल्लाहुम्मा सल्ली अला सय्यिदिना मुहम्मद व आलिहि व इतराते बिदादे कुल्ले मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम कुल ला इलाहा इल्ला हु। सलाम अलैकुम ਤੁਹਾਡਾ ਭਰਾ ਜਵੇਦੀ ਕੇ ਬਾਅਦ ਜੱਠਾ ਪੰਜਾਬੀ ਸਾਂਝਾਂ ਤੋਂ ਅੱਜ ਸਾਡੀਆਂ ਬਹੁਤ ਪੁਰਾਣੀਆਂ ਸਹੇਲੀਆਂ ਬਚਪਨ ਦੀਆਂ ਸਹੇਲੀਆਂ ਸਾਡੇ ਕਲਾਸ ਫੈਲੋ ਸਾਡੇ ਜਿਗਰੀ ਸਾਡੇ ਸੱਜਣ ਸਾਡੇ ਮਿੱਤਰ ਸਾਡੀਆਂ ਬਾਹਾਂ ਡਾਕਟਰ ਸ਼ਾਹਦ ਸਾਹਿਬ 185 ਮਰਾਦ ਅੱਜ ਕੱਲ੍ਹ ਭਾਰਤ ਹੁੰਦੇ ਨੇ ਵਿਕਟੋਰੀਆ ਹਸਪੀਟਲ 'ਚ ਮਲਕ ਫਰੂਕ ਸਾਹਿਬ ਸਾਡੇ ਬਹੁਤ ਪੁਰਾਣੇ ਵੀਰ ਯਾਰਾਂ ਦੇ ਯਾਰ ਚੰਗੇ ਸਾਡੇ ਮਿੱਤਰ ਹਸਪੀਟਲ ਤੋਂ ਤਸ਼ਰੀਫ ਆਏ ਪਿੰਡ ਸਾਡੇ ਮਿਲਣ ਵਾਸਤੇ ਪਿੰਡ ਰਾਣਾ ਸ਼ਾਹ ਨੂੰ ਕੁਝ ਹਸਤੀ ਨਹੀਂ ਆਈ ਜਿੱਥੇ ਗਏ ਸਾਂ ਮਲਕ ਫਰੂਕ ਦਾ ਉਹਦੇ ਸ਼ਾਹ ਰਾਣਾ ਲਾ ਸਮਝ ਲਓ ਕਿ ਉੱਥੇ ਜਦੋਂ ਹਨੇਰੀ ਆਉਂਦੀ ਹੈ ਨਾ ਤੇ ਉਦੋਂ ਕੋਈ ਪਤਾ ਤਾਂ ਉਹਦੇ ਕੋਈ ਆਸਾਰ ਹੁੰਦੇ ਨੇ ਆਸਾਰ ਜਿੱਦਣ ਇਹਨਾਂ ਦੇ ਉੱਪਰ ਦੂਸਰੇ ਨਾਲ ਹੈਗਾ ਸਾਡਾ ਵੱਡਾ ਭਾਈ ਸਾਡਾ ਕਹਿੰਦੇ ਨੇ ਸਾਡੇ ਤਾਏ ਦਾ ਬੇਟਾ ਸਾਡੇ ਖਾਨਦਾਨ ਦਾ ਵੱਡਾ ਹੁਣ ਮੈਂ ਕਿੱਥੇ ਭਾਜੀ ਅਨਵਰ ਚੱਠਾ ਇਹ ਮੇਰਾ ਵੱਡਾ ਭਾਈ ਆ ਪ੍ਰਵੇਸ਼ ਕੁਮਾਰ ਇਹ ਸਾਡਾ ਭਤਰੀਆ ਡਾਕਟਰ ਵਹਾਬ ਸਾਹਿਬ ਡਾਕਟਰ ਵਹਾਬ ਸ਼ਾਹ ਸਾਹਿਬ ਤੇ ਹੁਣ ਹੀ ਆਪਣਾ ਕੋਈ ਕੋਰਸ ਕਰਕੇ ਆਏ ਨੇ ਯੂਕੇ ਜਦੋਂ ਸਾਨੂੰ ਸਵਾਦ ਪਿੰਡਾਂ 'ਚ ਆਉਣ ਲੱਗਾ ਇਸ਼ਾਰਾ ਨਿਕਲ ਕੋਈ ਕੀ ਮਜਬੂਰੀਆਂ ਸਾਡੇ ਸ਼ਹਿਰ ਚੱਲ ਗਏ ਕੀ ਹੋਇਆ ਤਕਦੀਰ ਤੇ ਲੈ ਗਈ ਮੈਂ ਜੇ ਵੇਖਿਆ ਸ਼ਾਹ ਸਾਹਿਬ ਵੀ ਆਪਾਂ ਪਿੰਡਾਂ 'ਚ ਰਹਿ ਕੇ ਤਰੱਕੀ ਨਹੀਂ ਕਰ ਸਕਦੇ ਮੈਂ ਜਾਣ ਚੋਰ ਕੱਢਿਆ ਜਿਹਨੇ ਤਰੱਕੀ ਕੀਤੀ ਹੈ ਨਾ ਉਹਨੇ ਪਿੰਡੋਂ ਬਾਹਰ ਨਿਕਲ ਗਈ ਉਹਨੇ ਮਿਹਨਤ ਕੀਤੀ ਹੈ ਪਿੰਡ 'ਚ ਬੰਦੇ ਵੇਖੇ ਨੇ ਉੱਥੇ ਦੇ ਉੱਥੇ ਨੇ ਅੱਜ 50 ਸਾਲ ਪੁਰਾਣੇ ਉੱਥੇ ਦੇ ਉੱਥੇ ਰਹਿਣ ਸਹਿਣ ਉਹ ਉਹਨਾਂ ਦਾ ਉਸੇ ਡਗਰ ਤੇ ਜੇ ਕੋਈ ਹੋਇਆ ਨਹੀਂ ਤਾਂ ਰਹਿਣ ਸਹਿਣ ਦਾ ਪਤਾ ਨਹੀਂ ਉਹਨੂੰ ਖਾਣ ਪੀਣ ਦਾ ਪਤਾ ਹੰਡਾਉਣ ਦਾ ਪਤਾ ਨਹੀਂ ਅਸੀਂ ਬਾਹਰ ਨਿਕਲ ਗਏ ਮਿਹਨਤਾਂ ਕੀਤੀਆਂ ਤਰੱਕੀ ਕੀਤੀ ਅਲਹਮਦੁਲਿਲਾ ਸਾਨੂੰ ਸਾਡਾ ਪਿਆਰ ਮੁਹੱਬਤ ਪਿੰਡ 'ਚ ਉਸ ਤਰ੍ਹਾਂ ਹੀ ਹੈ ਜੀ ਸਾਨੂੰ ਇਸ ਚੱਕ ਦੀ ਮਿੱਟੀ ਇਸ ਪਿੰਡ ਦੀ ਮਿੱਟੀ ਜਿੱਥੇ ਸਾਡਾ ਜੰਮਣ ਭਾਵੇਂ ਜਿੱਥੇ ਖੇਡਦੇ ਰਹੇ ਆ ਛੋਟੇ ਛੋਟੇ ਜੰਮੇ ਪਲੇ ਸਾਨੂੰ ਚੀਜ਼ ਦੀ ਇਸ ਮੁਹੱਬਤ ਪਿਆ ਖਿੱਚ ਲਿਆਉਂਦਾ ਤੇ ਸ਼ਾਇਦ ਮੈਂ ਚੱਲ ਗਿਆ ਹਸਪਤਾਲ ਪਿੱਛੇ ਮੈਨੂੰ ਜਾ ਕੇ ਜਗਾਇਆ ਸੁੱਤੇ ਚੱਲੀਏ ਪਿੰਡ ਉਹ ਫੌਜੀਆਂ ਵੀ ਹੋਏ ਸੀ ਨਹਾਉਣਾ ਵੀ ਸੀ ਬਾਊ ਜੀ ਦਾ ਪਿੰਡ ਵੀ ਇਹ ਸੀ ਸਾਡੇ ਜਿਹੜੇ ਵੱਡੇ ਸਾਡੇ ਫੌਜੀਆਂ ਇੱਥੇ ਕਬਰਸਤਾਨ ਦਫਨ ਨੇ ਸਾਰੇ ਅੱਜ ਅਸੀਂ ਇੱਥੇ ਆਏ ਇਹਨਾਂ ਸਾਨੂੰ ਸ਼ਰਫ ਬਖਸ਼ਿਆ ਸਾਨੂੰ ਘਰ ਹੈ ਬੜੀ ਮਿਹਰਬਾਨੀ ਤੇ ਸਾਡਾ ਇਹ ਮਲਕ ਸਾਹਿਬ ਸਾਡੇ ਆਏ ਨੇ ਬੇਲੀ ਇਹ ਸ਼ੁਰੂ ਤੋਂ ਜੰਮੇ ਪਹਿਲੇ ਸ਼ਹਿਰ 'ਚ ਨੇ ਲੇਕਿਨ ਪਿੰਡਾਂ 'ਚ ਬਣਾਉਣ ਦਾ ਸ਼ੌਕ ਰੱਖਦੇ ਠੀਕ ਹੈ ਨਾ ਇਹ ਮੈਂ ਦੱਸਾਂਗਾ ਮੁਹੱਬਤ ਹੋ ਗਈ ਨਾ ਇਹ ਮਲਕ ਸਾਹਿਬ ਪੁੱਛਾਂਗੇ ਤੁਹਾਨੂੰ ਜ਼ਿੰਦਗੀ ਸ਼ਹਿਰ ਦੀ ਠੀਕ ਲੱਗਦੀ ਕਿ ਪਿੰਡ ਦੀ ਦੇਖੋ ਜੀ ਚੱਟਾ ਸਾਹਿਬ ਦੋਵੇਂ ਲਾਈਫਾਂ ਜਿਹੜੀਆਂ ਨਾ ਦੋਵੇਂ ਆਪਣੀ ਜਗ੍ਹਾ ਬੜੀਆਂ ਅਹਿਮ ਨੇ ਤੁਸੀਂ ਵੀ ਚੱਕ ਗਏ ਹੋ ਚੱਕ ਛੱਡ ਕੇ ਐਜੂਕੇਸ਼ਨ ਵਾਸਤੇ ਗਏ ਹੋ ਤਰੱਕੀ ਕੀਤੀ ਅਗਰ ਇੱਥੇ ਤਾਂ ਆਪ ਹੀ ਕਹਿਤਾ ਕਿ ਉੱਥੇ ਉਹ ਤਰੱਕੀ ਮੁਮਕਿਨ ਨਹੀਂ ਸੀ ਐਜੂਕੇਸ਼ਨ ਸ਼ੁਰੂ ਤੋਂ ਰਹੇ ਪੰਜਾਬ ਉੱਥੇ ਜਿਹੜਾ ਅਸਾਂ ਸ਼ਹਿਰ ਰਹੇ ਹਾਂ ਲੇਕਿਨ ਸਾਨੂੰ ਚੱਕ ਬੜਾ ਚੰਗਾ ਲੱਗਦਾ ਚੱਕ ਚੰਗੀ ਲੱਗਦਾ ਇੱਥੇ ਆ ਕੇ ਸਾਨੂੰ ਬੜਾ ਸਕੂਨ ਅਸੀਂ ਸਾਡੇ ਪੰਜਾਬੀ ਦੀ ਮਿਸਾਲ ਹੈ ਕਿ ਆਪਣੀ ਖੁਦੀ ਦੇ ਮੱਝ ਨੂੰ ਪੱਠੇ ਭੈੜੇ ਲੱਗਦੇ ਕਿਉਂਕਿ ਦੂਸਰੇ ਬੰਨੇ ਪਿਆਜ਼ ਖੁਰੀ ਦੇ ਪੱਠੇ ਚੰਗੇ ਹੋਣੇ ਮੱਝ ਖੜ ਗਈ ਮੈਂ ਕਹਿੰਦਾ ਜਿੱਥੇ ਸਾਡਾ ਜੰਮਣ ਭਾਵ ਨਾ ਅਸੀਂ ਕਹਿੰਦੇ ਚਲੋ ਪਿੰਡ ਨੂੰ ਛੱਡੀਏ ਸ਼ਹਿਰ ਚੱਲੀਏ ਇਹ ਨਹੀਂ ਪਤਾ ਹੈਗਾ ਕਿ ਪਿੰਡ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਸਹੂਲਤਾਂ ਹੈਗੀਆਂ ਨੇ ਉਹ ਸ਼ਹਿਰ 'ਚ ਨਹੀਂ ਲੱਭ ਰਹੀਆਂ ਦੁੱਧ ਖਾਣ ਨੂੰ ਲੱਭਦਾ ਤੇ ਪਿੰਡ 'ਚ ਲੱਭਦਾ ਜੇ ਮਾੜੀ ਚੰਗੀ ਸ਼ਾਇਦ ਪਿੰਡ 'ਚ ਲੱਭਦੀ ਜੇ ਕੋਈ ਥੋੜ੍ਹੇ ਚੰਗੇ ਬੜੇ ਚੰਗੇ ਮੁਗਲ ਦੋਸਤ ਲੱਭਦੇ ਤਾਂ ਪਿੰਡ 'ਚ ਲੱਭਦੇ ਬਾਕੀ ਹਰ ਕੋਈ ਆਪਤ ਆ ਪਈ ਹੈ ਕਿਸੇ ਦਾ ਕੋਈ ਪੇਲੀ ਕੋਈ ਨਹੀਂ ਸੱਜੇ ਕੋਈ ਨਹੀਂ ਕੋਈ ਆਪਤ ਆ ਪਈ ਹੈ ਬਸ ਕੋਈ ਨਹੀਂ ਹੋਈ ਫਿਰ ਪੈਸਾ ਵੀ ਹੈਗਾ ਬੰਦੇ ਕੋਲ ਪਿਆਰ ਹੋਵੇ ਕੋਈ ਨਹੀਂ ਸਾਨੂੰ ਉਸ ਦੌਰ ਦੇ ਇਤਿਹਾਸ ਵਿੱਚ ਤੁਸੀਂ ਕੀ ਆਪਣਾ ਮੁਆਵਜ਼ਾ ਕਰਨਾ ਚਾਹੋਗੇ ਕਿ ਉਸ ਦੌਰ ਦੇ ਕੀ ਫਰਕ ਸਮਝਦੇ ਤੁਸੀਂ ਪਿੰਡ ਆਏ ਹੋ ਬਹੁਤ ਇਹ ਜਿਹੜਾ ਸੀ ਨਾ ਪਹਿਲਾ ਵਕਤ ਬਹੁਤ ਅੱਛਾ ਉਹ ਯਾਦ ਆਇਆ ਤੇ ਅਸੀਂ ਆਏ ਉਹ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਨ ਵਾਸਤੇ ਅੱਛਾ ਚੱਠਾ ਸਾਹਿਬ ਤੁਸੀਂ ਕਿਹਾ ਨਾ ਵੀ ਜ਼ਿੰਦਗੀ ਅੱਛੀ ਸ਼ਹਿਰ 'ਚ ਜਾ ਕੇ ਬੰਦਾ ਤਰੱਕੀ ਕਰਦਾ ਹੈ ਉਹ ਮੇਰਾ ਦੋਸਤ ਇੱਕ ਨਾ ਬੜੀ ਅੱਛੀ ਮਿਸਾਲ ਦਿੰਦਾ ਉਹਨੇ ਕਿਹਾ ਇੱਕ ਨਾ ਖੂਹ ਦੇ ਡੱਡੂ ਨਾ ਬਣੇ ਕਿ ਇਧਰੋਂ ਛਾਲ ਮਾਰੀ ਤੋਂ ਦੀਵਾਰ ਨਾ ਕਿਹਾ ਬੱਲੇ 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 ਦੁਨੀਆ ਇਹੋ ਹੀ ਹੈ ਉਹਨੇ ਕਿਹਾ ਖੂਹ ਤੋਂ ਬਾਹਰ ਨਿਕਲੋ ਨਹਿਰ 'ਚੋਂ ਨਿਕਲੋ ਦਰਿਆ 'ਚ ਤੁਹਾਨੂੰ ਪਤਾ ਲੱਗੇ ਕਿ ਦੁਨੀਆ ਕਿੱਡੀ ਆ ਤੁਹਾਨੂੰ ਆਪਣੀ ਤੈਰਾਕੀ ਦਾ ਪਤਾ ਲੱਗੇ ਤੁਸੀਂ ਫਿਰ ਪਤਾ ਲੱਗੇ ਨੱਠੋ ਫਿਰ ਉਹਨੇ ਜਦੋਂ ਸਮੁੰਦਰ 'ਚ ਜਾਓਗੇ ਪਤਾ ਲੱਗ ਜਾਏਗਾ ਇਸ ਵਾਸਤੇ ਜਦੋਂ ਸ਼ਹਿਰਾਂ 'ਚ ਜਾਈਦਾ ਨਾ ਉਹਨੂੰ ਫਿਰ ਬੰਦੇ ਦਾ ਦਿਲ ਕਰਦਾ ਮਿਹਨਤ ਕਰਨ ਨੂੰ ਘਰੋਂ ਛੱਡ ਕੇ ਘਰੋਂ ਬਿਲਕੁਲ ਜੀ ਦਿਲ ਕਰਦਾ ਹੈ ਤੇ ਲੋਕਾਂ ਨੂੰ ਮਿਲਦੇ ਆ ਬੰਦਾ ਦੇਖਦਾ ਹੈ ਕਿ ਸ਼ਹਿਰ ਦੀ ਗੱਲ ਹੈ ਵੀ ਤੁਸੀਂ ਆਪਾਂ ਬਾਈ ਚੱਕ ਛੱਡੋਗੇ ਨਾ ਕਿਉਂਕਿ ਇੱਥੇ ਵਸਾਇਲ ਨਹੀਂ ਹੁੰਦੇ ਤੁਸੀਂ ਤਰੱਕੀ ਕਰ ਸਕੋ ਨਾ ਕੋਈ ਇੱਥੇ ਮਿੱਲਾਂ ਨੇ ਨਾ ਕੋਈ ਇੰਡਸਟਰੀ ਹੈ ਨਾ ਕੋਈ ਐਸੀ ਚੀਜ਼ਾਂ ਜਿੱਥੇ ਤੁਸੀਂ ਆਪਣਾ ਜ਼ਿੰਮੇਦਾਰ ਤੋਂ ਜੀ ਖਤਮ ਹੋ ਗਿਆ ਤੇ ਵੱਡੇ ਲੋਕ ਪਿਆਰ ਕਰਨ ਲੋਕ ਮੁਹੱਬਤ ਕਰਨ ਉਹ ਵੀ ਖਤਮ ਹੋ ਗਏ ਤੇ ਸ਼ਹਿਰਾਂ ਵਿੱਚ ਜਾ ਕੇ ਸ਼ਹਿਰ ਨਹੀਂ ਕਿ ਤੁਸੀਂ ਥੋੜ੍ਹਾ ਜਿਹਾ ਤਰੱਕੀ ਕਰ ਲਓ ਹਾਸਲ ਹੋ ਜਾ ਤਰੱਕੀ ਕਰ ਲਓ ਨਹੀਂ ਕਈ ਬੰਦੇ ਪਿੰਡਾਂ 'ਚ ਉੱਠ ਕੇ ਸ਼ਹਿਰ ਗਏ ਤੇ ਉਹਨਾਂ ਦਾ ਬੇੜਾ ਗਰਕ ਹੋ ਗਿਆ ਯਾਨੀ ਕਿ ਉਹਨਾਂ ਨੇ ਉਹ ਇਸ ਕਿਸਮ ਦੀ ਚੀਜ਼ਾਂ ਪਾ ਕੇ ਸ਼ਹਿਰ ਆ ਕੇ ਤਰੱਕੀ ਕਰ ਲੈਣੀ ਆ
ਕੋਈ ਤੋਂ ਜ਼ਮੀਨਾਂ ਵੇਚ ਕੇ ਸ਼ਹਿਰ ਚਲੇ ਗਏ, ਉੱਥੇ ਵੀ ਤਰੱਕੀ ਨਾ ਹੋ ਸਕੀ, ਉਹ ਚੋਰ ਅੱਜ ਕੱਲ੍ਹ ਮੰਗਦੇ ਫਿਰਦੇ। ਮਤਲਬ ਕਹਿਣ ਦਾ ਜਿਹਨੇ ਮਿਹਨਤ ਕੀਤੀ ਹੈ ਨਾ ਖਲੂਸ ਦਿਲ ਨਾਲ, ਜਿਹਨੇ ਮਿਹਨਤ ਵੀ ਇਖਤਿਆਰ ਕੀਤੀ ਹੈ, ਫਜ਼ੂਲ ਖਰਚੀ ਨਹੀਂ ਕੀਤੀ, ਅਸਲ ਪੈਸਾ ਸਮਝਿਆ, ਵਕਤ ਦੀ ਕਦਰ ਕੀਤੀ ਹੈ, ਦੋਸਤਾਂ ਦਾ ਪੂਰਾ ਨਿਭਾ ਕੀਤਾ ਹੈ, ਮਾਹੌਲ ਦੇ ਨਾਲ ਰਚ ਕੇ ਮਾਸ਼ਰੇ ਨਾਲ ਮਿਲ ਜੁਲ ਕੇ ਆਪਣੇ ਤੇ ਟੁਰੇ ਲੱਗੇ ਅੱਗੇ ਵਧੇ ਨੇ, ਉਹਨਾਂ ਲੋਕਾਂ ਤਰੱਕੀ ਕੀਤੀ ਹੈ। ਤੇ ਪੈਸੇ ਦਾ ਨਾਲ ਤਰੱਕੀ ਨਹੀਂ ਗਈ, ਮੌਕੇ ਵੀ ਜ਼ਿਆਦਾ ਨਾ, ਮੌਕੇ ਉੱਥੇ ਮੌਕੇ ਵੀ ਬਹੁਤ ਜ਼ਿਆਦਾ, ਕੰਮ ਕਰਨ ਵਾਲਾ ਬੰਦਾ ਹੋਵੇ। ਇੱਕ ਦਿਨ 'ਚ ਤੁਸੀਂ 4-5 ਕੰਮ ਕਰ ਸਕਦੇ ਹੋ। ਬਿਲਕੁਲ। ਇਹ ਤਾਂ ਕੰਮ ਹੀ ਕੋਈ ਜ਼ਿੰਮੇਦਾਰ ਇੱਥੇ ਸਾਰਾ ਦਿਨ ਫਾਰਗ ਹੈ ਨਾ। ਸਾਰੇ ਤੁਸੀਂ ਜ਼ਿੰਮੇਦਾਰ ਤਾਂ ਪੱਠੇ ਪਾ ਲਓ ਤੇ ਆਪਾਂ ਘਰ ਆ ਜਾਓ, ਇੱਕ ਸੁਬਾਹ ਫਿਰ ਚੱਲ ਸਿਹਤ ਸਿਹਤ ਦਾ ਸਿਹਤ ਜਿਹੜੀ ਨਾ ਅੱਜ ਕੱਲ੍ਹ ਸਾਰੇ ਪਿੰਡਾਂ ਥਾਵਾਂ 'ਚ ਸਿਹਤ ਬਣ ਕੇ ਰਹਿ ਗਈ ਹੈ ਕਿ ਇੱਥੇ ਫਸਲਾਂ ਦੀ ਇਹੋ ਜਿਹੀਆਂ ਨਹੀਂ ਸ਼ਹਿਰ ਜਾਂਦੀਆਂ, ਇਹਨਾਂ ਦੇ ਸਾਰੇ ਜ਼ਹਿਰਾਂ ਆ ਗਏ ਫਿਰ ਉੱਥੋਂ ਫਿਰ ਲੈਣੀ ਹੈ, ਫਿਰ ਲੈਣੀ ਚੱਕ ਲੈ ਫਿਰ ਉੱਥੋਂ ਲੈਂਦੇ ਨੇ ਦੁਬਾਰਾ। ਇੱਥੇ ਦਾ ਮੁਨਾਫਾ ਵੱਖਰਾ, ਸ਼ਹਿਰੀਆਂ ਜਾ ਕੇ ਵੱਖਰਾ, ਆੜ੍ਹਤੀਆਂ ਦਾ ਵੱਖਰਾ ਲੈਣਾ ਮੁਨਾਫਾ। ਇਸ ਵਾਸਤੇ ਦੋਸਤ ਇਹ ਨਾ ਸਮਝਣ ਆ ਗਏ ਕਿ ਅਸੀਂ ਪਿੰਡ ਆਏ ਤੇ ਪਿੰਡ ਸੇ ਸਾਨੂੰ ਪਿਆਰ ਖਿੱਚ ਲੈਂਦਾ, ਇੱਥੇ ਦੀ ਇੱਟੀ ਖਿੱਚ ਲੈਂਦੀ ਜੰਮਣ ਪਾਉਣ ਜੋ ਨਹੀਂ ਮੁਹੱਬਤ ਬੜੀ ਹੈ ਜੀ, ਹਜੇ ਵੀ ਦਿਲਾਂ ਨੂੰ ਦੋਸਤ ਇਕੱਠੇ ਹੋਏ ਨੇ ਨਾ। ਹਾਂਜੀ ਇੰਨਾ ਸ਼ਹਿਰਾਂ 'ਚ ਲੋਕਾਂ ਕੋਲ ਟਾਈਮ ਨਹੀਂ ਹੁੰਦਾ, ਸ਼ਾਮ ਦੇ ਨਾਲ ਜੇ ਵਿਹਲੇ ਹੁੰਦੇ ਨੇ ਦੁਕਾਨਦਾਰੀ ਤੋਂ, ਉਹ ਵੀ ਕਿਤੇ ਹੋਟਲ ਤੇ ਮਿਲਦੇ ਜਾ ਕੇ ਤੇ ਚਾਹ ਚੂ ਪੀਣੀ ਹੁੰਦੀ, ਤਾਂ ਬੜੇ ਸਾਹ ਬਣੇ ਜੁੱਟ ਨੇ ਰਾਤ 2 ਵਜੇ ਤੱਕ ਉੱਥੇ ਚਾਹ ਪੀਣੀ ਹੁੰਦੀ ਹੈ, ਹੋਟਲ ਤਾੜਿਆ ਉਹਦਾ ਬੇੜਾ ਕਰ ਕਰਦੇ ਨਾ ਹੁੰਦਾ ਨਹੀਂ ਉਹ ਜਿਹਨੇ ਚਾਹ ਪੀਣੀ ਉਹਦਾ ਬੇੜਾ ਕਰ ਕਰਨਾ। ਉਹ ਵੀ ਚਿੱਠਾ ਸਾਹਿਬ ਚੰਦ ਬੰਦੇ ਨੇ ਨਿਕਲਦੇ, ਵਰਨਾ ਸਾਰੇ ਨਹੀਂ ਦੁਕਾਨਦਾਰ ਨਿਕਲਦੇ। ਉਹ ਜੀ ਘਰ ਵੜ ਗਏ ਨੇ ਮੁੜ ਕੇ ਬਾਹਰ ਨਿਕਲਦੇ ਨਹੀਂ, ਕਿ ਨੌ ਵਜੇ ਬਾਅਦ ਨਹੀਂ ਨਿਕਲਦੇ। ਉਹ ਚੰਦ ਦੋਸਤ ਨੇ ਜਿਹੜੇ, ਅੱਛਾ ਫਿਰ ਮਜ਼ੇ ਦੀ ਗੱਲ, ਨਿਕਲਦੇ ਉਹ ਨੇ ਜਿਨ੍ਹਾਂ ਦਾ ਤੱਲੇ ਕੇ ਪਿੰਡ ਵਾਲੇ ਲੋਕਾਂ ਨਾਲ, ਕਿਉਂਕਿ ਪਿੰਡ ਵਾਲੇ ਲੋਕਾਂ ਦੀ ਇੱਕ ਫਿਤਰਤ 'ਚ ਸ਼ਾਮਲ ਹੈ, ਉਹਨਾਂ ਦੇ ਹੈ ਕਿ ਅਸੀਂ ਲਾਜ਼ਮੀ ਮਹਿਫਲ ਕਰਨੀ ਹੈ। ਸਾਡੇ ਹਰ ਪਿੰਡ ਦੇ ਜਿਹੜੇ ਵੀ ਪਿੰਡ 'ਚ ਜਾਓਗੇ ਉਹ ਲਾਜ਼ਮੀ ਮਹਿਫਲ ਕਰਦੇ ਨੇ, ਕਿਤੇ ਕਦਰ ਹੋ ਚਲ ਗਏ, ਕਿਤੇ ਜਾ ਕੇ ਹੱਡਾਂ 'ਚ ਰਜਿਆ, ਖਾਂਦਾ 'ਚ ਰਜਿਆ, ਇਹ ਰਜਿਆ ਹੁੰਦਾ ਨੇ ਵਿਚਾਰੇ ਯਾਰ। ਵਿਚਾਰ ਬੇਲੀਆਂ ਤੇ ਬਹਿਣਾ। ਚੈਨ ਨਹੀਂ ਆਉਂਦਾ ਜਿਸ ਦਿਨ ਬਾਹਰ ਨਾ ਗਏ, ਭਾਵੇਂ 10 ਵਜੇ 12 ਵਜੇ ਨਹੀਂ ਨਹੀਂ ਉਦੋਂ ਕਹਿੰਦੇ ਹੁਣ ਨਾ ਮੈਂ ਨਾ ਬੜੇ ਫਾਰਗ ਹੋਇਆ ਤੇ ਮਿਲਦੇ ਨੇ, ਤੋਂ ਮੈਂ ਬਣਿਆ ਕਿ ਯਾਰ ਮੈਂ ਬਾਹਰ ਨਿਕਲ ਬਾਹਰ ਹਾਂਜੀ ਆਊਟਿੰਗ ਕਰੀਏ, ਕਿਉਂਕਿ ਨਾ ਦਿਮਾਗ ਜਿਹਾ ਤੇ ਲੋੜ ਜਿਹਾ ਭਾਰ ਜਿਹਾ ਹਾਂਜੀ ਕਿ ਸੈਰ ਕਰਕੇ ਆਈਏ ਜਾਂ ਕਿ ਜ਼ਿਆਰਤਾਂ ਕਰਕੇ ਆਈਏ, ਰਾਗ ਨਿਕਲ ਜਾਈਏ ਜਾਂ ਕਿਸੇ ਤੋਂ ਨਿਕਲ ਜਾਈਏ, ਭਾਵੇਂ ਅੱਪਰ ਪੰਜਾਬ ਨਿਕਲ ਜਾਈਏ। ਉਹ ਇਲਾਕਾ ਸਾਡਾ ਇਲਾਕਾ ਬੜਾ ਬੈਕਵਰਡ ਜਿਹਾ ਇਲਾਕਾ ਹੈ, ਇੱਥੇ ਕੋਈ ਸੈਰਗਾਹਾਂ ਨਹੀਂ। ਇੱਥੇ ਅੱਜ ਕੱਲ੍ਹ ਅਸੀਂ ਜਿਹਨਾਂ ਜਾ ਕੇ ਮਜਬੂਰੀ ਦੇ ਤਾਬੇ ਜਾ ਕੇ ਮਾਲ ਲੈ ਕੇ ਚਾਹ ਦੇ ਰੋਜ਼ ਦੇ ਵਿੱਚ ਅੱਜ ਸਾਡੇ ਵਾਸਤੇ ਸੈਰਗਾਹ ਬਣ ਗਈ ਹੈ। ਅਸੀਂ ਉਹ ਹੀ ਘਰ ਜਿਹੜਾ ਉਹ ਸੈਰ ਵਾਸਤੇ ਬਣ ਗਿਆ। ਕੱਲ ਮੈਂ ਰੋਜ਼ ਗਿਆ ਤੇ ਉੱਥੇ ਜਨਾਬ ਵੇਖਿਆ ਕ੍ਰਿਕਟ ਲੋਕ ਖੇਡਦੇ, ਇੱਥੋਂ 10 ਕਿਲੋਮੀਟਰ ਜਾ ਕੇ ਲਾਣ ਵਾਲੇ ਲੋਕ, ਛੋਣਾ ਦੇ ਲੋਕ ਉੱਥੇ ਖੇਲਣਾ। ਮੈਂ ਹੈਰਾਨ ਰਹਿ ਗਿਆ ਤੇ ਮੁੰਡੇ ਸਾਡੇ ਉੱਥੇ ਜਾ ਕੇ ਤਸਵੀਰਾਂ ਖਿੱਚਣ, ਮੈਂ ਕਿਹਾ ਇਹੋ ਕੋਈ ਅਸੀਂ ਮਜਬੂਰੀ ਨਾਲ ਅੱਜ ਮੈਂ ਕਿਹਾ ਲੋਕ ਲਾਣਾ ਪੁੱਟਣ ਜਾਂਦੇ ਰੀਡਰ ਰੱਖ ਲੈਣਾ, ਰੀਡਰ ਰੱਖ ਡੰਗਰ ਚਾਰ ਲਿਆ ਕਦੀਮ ਉਰਸਾ ਦਾ ਕਦੀਮ ਉਰਸਾ ਸਾਡੇ ਚੋਰਸਤਾਨ ਦਾ ਕਿਲਾ ਡਰਾਈਵਰ ਜਿਹੜਾ ਤੇਰੇ ਪੂਰੇ ਜਨਾਬ ਪੜਦੇ ਨੇ ਉਹਦੀ ਜਨਾਬ ਸਾਡੇ ਲਾਗੇ ਸੈਰਗਾਹਾਂ ਹੁਣ ਇਹੋ ਰਹਿ ਗਈਆਂ ਜਿਹੜੇ ਪੁਰਾਣੀਆਂ ਇਸ ਬਿਲਡਿੰਗਾਂ ਸਨ ਨਾ। ਹਾਂਜੀ ਉਹ ਦੌਰ ਹੈਗਾ ਸੀ ਆਪਣਾ ਨਵਾਬਾਂ ਤੋਂ ਪਹਿਲਾਂ ਦੌਰ, ਕਿਹੜਾ ਦੌਰ ਸੀ? ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਉਹ ਹੈਗਾ ਸੀ ਦੌਰ ਆਪਾਂ ਜਿਹੜੇ ਕਿਲੇ ਬਣਾਏ, ਕਿਲਾ ਦੌਰ ਹੋ ਗਿਆ, ਜਾਮਗੜ੍ਹ ਹੋ ਗਿਆ, ਮੀਰਗੜ੍ਹ ਹੋ ਗਿਆ, ਤੇ ਕਿਲਾ ਆਪਣਾ ਮਰੋਟ ਹੋ ਗਿਆ। ਅੱਛਾ ਇਹ ਕਿਲੇ ਸਿਰਫ ਉੱਥੇ ਹੈਗੇ ਸਾਡੀ ਪੁਰਾਣੀ ਜ਼ਿਆਦਾ ਰਹਿ ਗਈਆਂ ਨੇ, ਬਾਕੀ ਰੋਜ਼ ਦੇ ਵਿੱਚ ਲੋਕਾਂ ਨੇ ਕੀ ਫਿਰਨਾ ਤੇ ਕੀ ਨਹੀਂ ਹੈਗਾ, ਬਸ ਸੜੇ ਪੁੱਜੇ ਲੋਕ ਗਏ ਨੇ। ਅੱਜ ਕੱਲ੍ਹ ਮਾਸ਼ਾ ਸਾਡਾ ਇਲਾਕਾ ਬੜਾ ਖੁਸ਼ਹਾਲ ਹੈ, ਤਰੱਕੀ ਕਰ ਗਿਆ, ਲੋਕਾਂ ਦੇ ਫਸਲਾਂ ਸਹੀ ਹੋਣ ਲੱਗ ਪਈਆਂ, ਲੇਕਿਨ ਜ਼ਿਮੀਂਦਾਰਾਂ ਦਾ ਜਿਹੜਾ ਕੋਈ ਹਾਲ ਨਹੀਂ, ਨਾ ਫਸਲਾਂ ਦਾ ਰੇਟ ਹੈਗਾ। ਮੈਂ ਵੇਖਿਆ ਨਾ ਜਦੋਂ ਫਸਲ ਦਾ ਟਾਈਮ ਆਉਣਾ ਨਾ, ਜ਼ਿਮੀਂਦਾਰ ਨੇ ਖੁਸ਼ ਹੋਣਾ ਕਿ ਆ ਕੱਟਨੇ ਆ, ਫਲਾ ਕੱਟ ਕੁੱਟ ਕੇ ਵੇਚ ਕੇ ਸ਼ਾਦੀ ਕਰਨੀ, ਮਕਾਨ ਬਣਾਉਣੇ, ਘਰ ਦਾ ਖਰਚੇ। ਹੁਣ ਜਦੋਂ ਫਸਲ ਦਾ ਮੂੰਹ ਕਰਦਾ ਤਾਂ ਫਸਲ ਖਾਂਦੀ ਹੈ, ਉਹਦਾ ਰੇਟ ਕੋਈ ਨਹੀਂ। ਇਸ ਵਾਸਤੇ ਜ਼ਿਮੀਂਦਾਰ ਕਰਕੇ ਅਸੀਂ ਮਜੂਸੀ ਆ ਬੜੀ ਸਹੀ। ਅੱਛਾ ਨਾ ਲੋਕ ਬੜੇ ਸਾਰੇ ਨਾ ਚਿੱਠਾ ਸਾਹਿਬ ਕੈਂਪਿੰਗ ਕਰਦੇ ਨੇ ਰਾਤ ਆਪਣੇ ਰੋਹੀ ਦੇ ਵਿੱਚ ਜਾ ਕੇ, ਬੜੀ ਪਿਕਨਿਕ ਪਲਾਨ ਬਣਾਏ ਲੋਕ। ਅਜਵੇਰ ਸ਼ਾਹ ਸਾਹਿਬ ਉਹ ਬੜੀ ਦਫਾ ਹਰ ਹਫਤੇ ਜਾਂਦੇ ਸੀ। ਲੋਕ ਯਾਰ ਲਾਹੌਰੋਂ ਚੱਲ ਕੇ ਹਾਂਜੀ ਹਾਂਜੀ ਹਾਂ ਇਹ ਸਾਡੇ ਆਊਟਿੰਗ ਹੋਣੀ ਚਾਹੀਦੀ ਭਾਈ ਸਾਹਿਬ, ਜਿਹੜੀ ਆਊਟਿੰਗ ਹੈ ਨਾ ਬਹੁਤ ਜ਼ਰੂਰੀ ਹੈ। ਇਹ ਆਊਟਿੰਗ ਤੁਹਾਡੇ ਦਿਮਾਗ ਨੂੰ ਫਰੈਸ਼ ਕਰਦੀ ਹੈ, ਤੁਹਾਡੀ ਬਿਲਕੁਲ ਜ਼ਿੰਦਗੀ ਦਾ ਇੱਕ ਗਰੋਥ ਕਰਦੀ ਹੈ, ਗਰੋਥ ਕਰਦੀ ਹੈ। ਕਿਉਂਕਿ ਸਪੈਸ਼ਲ ਆਇਆ ਸਾ ਉੱਥੇ ਸ਼ਾਦ ਕਰਨ ਚਲੀਏ ਚੱਕ ਆਏ ਤੇ ਅੱਗੇ ਚਲੋ। ਹਾਲਾਂਕਿ ਜਿੰਨਾ ਹੁਣ ਮਹਿੰਗਾਈ ਹੈ ਨਾ, ਜੇ 2000 ਸੁਪਰ ਹੋਈ ਹੈ ਨਾ ਤੇ 2-3 ਹਜ਼ਾਰ ਤੇਲ ਲੱਗ ਜਾਂਦਾ ਤੇ 2-3 ਹਜ਼ਾਰ ਜਿਹੜਾ ਉਹ ਮਾੜੇ ਘਰ ਦਾ 2-4 ਦਿਨ ਦਾ ਖਰਚਾ ਤਾਂ ਪਤਾ ਨਹੀਂ। ਲੇਕਿਨ ਸਾਨੂੰ ਇਹ ਚੀਜ਼ ਖਿੱਚ ਨਹੀਂ ਹੁੰਦੀ ਕੀ ਕੀਤਾ ਜਾਵੇ, ਉੱਥੇ ਵੀ ਦਿਲ ਲੱਗਦਾ। ਇੱਥੇ ਆ ਕੇ ਜਰਾ ਗੱਲਾਂ ਬਾਜ਼ਾਰ ਵੇਖੀ ਦੇ ਨੇ, ਮਾਲ ਡੰਗਰ ਵੇਖੀ ਦਾ ਯਾਦ ਪਾ ਜਾਂਦੇ ਨੇ। ਇਹਨਾਂ ਆਰਮੀ ਤਰੱਕੀ ਕੀਤੀ ਨਾ ਰੋਹਿਤ ਕਿਉਂਕਿ ਆ ਉੱਥੇ ਜੇ ਉਹਨਾਂ ਨੇ ਮਰੋੜ ਖੈਰ ਰੋਜ਼ ਦਾ ਬਾਹਰ ਕਰਕੇ ਸਾਰੇ ਆਹ ਕਹਿੰਦੇ ਕਿ ਆ ਸੇਮ ਨਾਲੇ ਦੇ ਨਾਲ ਬੜਾ ਮੈਂ ਰਾਤੀ ਗਿਆ ਨਾ, ਹਾਂਜੀ ਉੱਥੇ ਫੌਕਰੀ ਹੋ ਗਈ ਤੇ ਮੈਂ ਗਿਆ ਤੇ ਪਿਆ ਤੇ ਉੱਥੇ ਖਾਲੇ ਬਣੇ ਨੇ। ਮੈਂ ਕਿਹਾ ਇੱਥੇ ਖਾਲੇ ਆਏ ਕਿੱਥੋਂ ਆ ਗਏ? ਉਹ ਵੇਖਾਂ ਤੇ ਨਾਲ ਸਾਰੇ ਉੱਥੇ ਲੋਕਾਂ ਨੇ ਕਣਕ ਬੀਜੀ ਆ,
ਕਰਾਇਆ ਬੀਜਿਆ ਜਨਾਬ ਬੜੀ ਕਿਰਪਾ। ਔਰ ਸੇਮ ਨਾਲੇ ਜੋ ਉਹਦੇ 'ਚ ਨਾ ਪਾਣੀ ਉਹਨਾਂ ਨੇ ਛੱਡਿਆ ਨਹਿਰ ਦਾ ਪਾਣੀ ਛੱਡਿਆ। ਨਹਿਰ ਦਾ ਪਾਣੀ ਛੱਡਿਆ, ਉੱਥੋਂ ਪਾਣੀ ਚੁੱਕ ਕੇ ਲੋਕ ਲਾਉਂਦੇ। ਹਾਂਜੀ ਬਸ ਇਹ ਜੀ ਰੋਜ਼ ਬਾਤ ਕੀਤੀ ਹੈ ਤੇ ਵੈਸੇ ਕੀਤੀ ਵੀ ਆਰਮੀ ਨੇ ਵਾਰਨਾ ਬਾਤ ਹੁੰਦੀ ਵੀ ਨਹੀਂ ਉਹਦੀ ਹੋਣੀ ਨਹੀਂ ਸੀ ਇੱਕ ਬੜੀ ਮਿਹਨਤ ਕੀਤੀ ਲੋਕਾਂ ਨੇ। ਜੱਟਾ ਸਾਹਿਬ ਹੁਣ ਸਾਡਾ ਕੀ ਬਣੇਗਾ? ਦੇਖੋ ਨਾ 2-300 ਕਿਊਸਕ ਪਾਣੀ ਚੁੱਕ ਕੇ ਇੱਥੋਂ ਲੈ ਕੇ ਪਾਣੀ ਤੇ ਅੱਗੇ ਸਾਡੇ ਪਾਣੀ ਪਿੱਛੇ ਵਧਾਉਣਗੇ, ਐਵੇਂ ਗੱਲ ਨਹੀਂ, ਪਾਣੀ ਪਿੱਛੇ ਵਧਾਉਣਗੇ ਪਿੱਛੋਂ ਕਿੱਥੋਂ ਵਧਾਉਣਗੇ? ਅੱਗੇ ਕੋਈ ਨਹੀਂ। ਤੁਹਾਡੀਆਂ ਜੇਲ੍ਹ ਵਿੱਚ ਆਪਣਾ ਚਨਾਬ ਤੋਂ ਨਹਿਰ ਨਿਕਲਦੀ ਹੈ ਨਾ, ਉਹਦੀ ਆਪਣਾ ਕਿਊਸਕ ਵਧਾਉਣਗੇ, ਉਹਦੀ ਕਪੈਸਿਟੀ ਵਧਾਉਣਗੇ। ਉਹ ਪਾਣੀ ਵਾਫਰ ਬਗਦਾ ਜਿੱਥੇ ਆਏਗਾ, ਕਿਉਂਕਿ 4300 ਕਿਊਸਕ ਜਿਹੜਾ ਚੋਲਸਤਾਨ ਨਾਲ ਨਿਕਲਦੀ ਪਈ ਇਹਦਾ, ਹਾਂ 3300 ਕੁਝ ਜਿਹੜਾ ਚੋਲਸਤਾਨ ਦਾ ਆਪਣਾ ਜਿਹੜੀ ਹੈਗੀ ਆਖਾ ਉਹਦਾ ਤੇ 2200-1500 ਮਿਲ ਕੇ ਸਾਡੀ ਆ ਗਿਆ ਮਿਲ ਕੇ ਬਾਅਦ ਇੰਨੀ ਵੱਡਾ ਪਾਣੀ ਜਿਹੜਾ ਸਾਡਾ ਵਾਪਸ ਸੀ ਸਾਡਾ ਉਹ ਸਾਰਾ ਖਤਮ ਹੋ ਗਿਆ। ਜ਼ਿਮੀਂਦਾਰ ਚਵਾਰਾ ਹੋਰ ਰੁੜ ਗਿਆ। ਦੁਆ ਕਰੋ ਅੱਲਾਹ ਤਾਲਾ ਸਾਡੇ ਮੁਲਕ ਤੇ ਰਹਿਮ ਕਰੇ, ਸਾਡੇ ਵਕਤ ਦੀਆਂ ਬਾਰਿਸ਼ਾਂ ਆਵੇ ਤੇ ਸਾਡੇ ਤੇ ਰਹਿਮਤ ਕਰੇ। ਆਪਣਾ ਅੱਲਾਹ ਆਪਣੀ ਜਮਾਤ ਦੇ ਖਿਆਲ